ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ। ਤਾਂ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ SST ਦੀ ਪੈਰਾਗੋਜੀ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਇਸ ਚੈਨਲ ਤੇ NCERT SST ਹਿਸਟਰੀ ਜੀਓਗ੍ਰਾਫੀ ਤੇ ਪੋਲਿਟੀ ਦੇ ਅਲੱਗ-ਅਲੱਗ ਪਲੇਲਿਸਟ ਬਣੇ ਹੋਏ ਆ। ਤਾਂ ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ। ਥਿਊਰੀ ਦੇ ਅਲੱਗ ਬਣੇ ਹੋਏ ਆ, ਟੌਪਿਕ ਵਾਈਜ਼ PSTET ਦੇ ਅਲੱਗ ਬਣੇ ਹੋਏ ਆ। ਅਤੇ ਇਹਦੇ ਵਿੱਚ ਨਾ ਮੈਂ ਹਮੇਸ਼ਾ ਤੁਹਾਨੂੰ ਇੱਕੋ ਗੱਲ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਪਲੇਲਿਸਟ ਚੈੱਕ ਕਰਿਆ ਕਰੋ। ਉਹਦੇ ਵਿੱਚ ਔਰਗਨਾਈਜ਼ਡ ਵੇ ਦੇ ਨਾਲ ਤੁਹਾਡੀ ਪ੍ਰੈਪਰੇਸ਼ਨ ਹੋ ਜੂਗੀ, ਕਿਉਂਕਿ ਥਿਊਰੀ ਦੇ ਅਲੱਗ, MCQs ਦੇ ਅਲੱਗ ਅਤੇ ਟੌਪਿਕ ਵਾਈਜ਼ ਦੇ ਅਲੱਗ, ਬਾਕੀ ਕਲਾਸ ਵਾਈਜ਼ ਵੀ ਬਣੇ ਹੋਏ ਆ ਪਲੇਲਿਸਟ। ਠੀਕ ਹੈ, NCERT ਫੁੱਲ ਕਵਰ ਕਰਵਾਈ ਹੋਈ ਹੈ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ, ਤਾਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ। ਅਤੇ 9th 10th ਦੀ ਤੁਹਾਨੂੰ ਜੋਗਰਾਫੀ ਵੀ ਇਸ ਚੈਨਲ 'ਤੇ ਮਿਲ ਜੂਗੀ। ਤਾਂ ਪਲੀਜ਼ ਤੁਸੀਂ ਸਾਰੇ ਜਣੇ ਪਲੇਲਿਸਟ ਚੈੱਕ ਕਰਿਆ ਕਰੋ ਅਤੇ ਉੱਥੋਂ ਆਪਣੀ ਸਟੱਡੀ ਕਰਿਆ ਕਰੋ। ਤਾਂ ਜੇਕਰ ਕੋਈ ਬੱਚਾ ਨੋਟਸ ਵੀ ਲੈਣਾ ਚਾਹੁੰਦਾ ਹੈ ਪੰਜਾਬੀ ਦੇ ਵਿੱਚ, PSTET ਦੇ ਫੁੱਲ ਸਿਲੇਬਸ ਦੇ ਨੋਟਸ ਵੀ ਲੈਣਾ ਚਾਹੁੰਦਾ, ਤਾਂ ਤੁਹਾਨੂੰ ਉਹ ਵੀ ਕਿਤੇ ਨਾ ਕਿਤੇ ਵੀਡੀਓ ਮਿਲ ਜੂਗੀ ਮੇਰੇ ਹੀ ਇਸ ਚੈਨਲ 'ਤੇ। ਤੁਸੀਂ ਸਰਚ ਮਤਲਬ ਦੇਖ ਸਕਦੇ ਹੋ, ਤੁਹਾਨੂੰ ਕੋਈ ਨਾ ਕੋਈ ਵੀਡੀਓ ਜ਼ਰੂਰ ਮਿਲ ਜੂਗੀ ਜਿਹਦੇ ਵਿੱਚ ਮੇਰਾ ਕੰਟੈਕਟ ਹੋਊਗਾ। ਇਹ ਸਿਰਫ ਮੈਂ ਉਹਨਾਂ ਨਵੇਂ ਬੱਚਿਆਂ ਲਈ ਕਹਿ ਰਹੀ ਹਾਂ ਜਿਹੜੇ ਬੱਚੇ ਨਵੇਂ ਜੁੜ ਰਹੇ ਆ ਹਰ ਰੋਜ਼। ਤਾਂ ਜੇਕਰ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਕੰਟੈਕਟ WhatsApp ਮੈਸੇਜ ਕਰ ਸਕਦੇ ਹੋ ਅਤੇ ਆਪਣੇ NCERT ਪਲੱਸ SCERT ਫੁੱਲ ਸਿਲੇਬਸ PSTET ਦੇ ਨੋਟਸ ਲੈ ਸਕਦੇ ਹੋ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ। ਪਹਿਲਾਂ ਇਹਦੇ ਵਿੱਚ ਆਪਣੇ ਕੋਲ ਜਿਹੜਾ ਹੈਗਾ ਜੀ ਕਲਾਸਰੂਮ ਪ੍ਰੋਸੈਸਿਸ, ਮਤਲਬ ਇਹਦੇ ਵਿੱਚ ਨਾ ਆਪਾਂ ਕੀ ਪੜ੍ਹਾਂਗੇ ਕਿ SST ਦੀ ਜਿਹੜੀ ਕਲਾਸ ਹੁੰਦੀ ਹੈ ਉਹਦੇ ਵਿੱਚ ਟੀਚਰ ਬੱਚਿਆਂ ਨੂੰ ਕਿਹੜੇ ਤਰੀਕੇ ਨਾਲ ਪੜ੍ਹਾਊਗਾ ਅਤੇ ਉੱਥੇ ਕੀ ਕੀ ਹੋਣਾ ਚਾਹੀਦਾ ਹੈ ਕਲਾਸਰੂਮ ਦੇ ਵਿੱਚ। ਸਾਰਾ ਆਪਾਂ ਜਿਵੇਂ ਇੱਕ ਨਿਗਮਨ ਵਿਧੀ ਆ, ਆਗਮਨ ਵਿਧੀ ਆ, ਲੈਕਚਰ ਮੈਥਡ ਆ, ਹੈ ਨਾ, ਉਹ ਸਾਰੇ ਹੀ ਆਪਾਂ ਇਹਦੇ ਵਿੱਚ ਡਿਸਕਸ਼ਨ ਮੈਥਡ ਆ, ਉਹ ਵੀ ਕਲਾਸਰੂਮ ਪ੍ਰੋਸੈਸਿਸ ਦੇ ਵਿੱਚ ਹੀ ਆਉਂਦਾ ਹੈ। ਉਹ ਸਾਰਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਪੜ੍ਹਾਂਗੇ। ਹਾਂਜੀ, ਇਹਦੇ ਵਿੱਚ ਕੀ ਹੈ, ਸਮਾਜਿਕ ਵਿਗਿਆਨ ਦੀ ਕਲਾਸ ਦੇ ਵਿੱਚ ਪੜ੍ਹਾਉਂਦੇ ਸਮੇਂ ਅਧਿਆਪਕ ਵਿਆਖਿਆ ਵਿਧੀ ਅਤੇ ਤਰਕਪੂਰਨ ਵਿਆਖਿਆ ਦਾ ਸਹਾਰਾ ਲੈ ਸਕਦਾ ਆ। ਤਾਂ ਜਦੋਂ ਵੀ ਕਲਾਸ ਦੇ ਵਿੱਚ ਪੜ੍ਹਾਉਂਦਾ ਅਧਿਆਪਕ, ਤਾਂ ਵਿਆਖਿਆ ਵਿਧੀ ਹਰੇਕ ਚੀਜ਼ ਦੀ ਵਿਆਖਿਆ ਕਰਕੇ ਤਰਕਪੂਰਨ ਜਿਹੜੇ ਤੱਥ ਆ ਉਹ ਬੱਚਿਆਂ ਨੂੰ ਦੱਸ ਸਕਦਾ ਆ। ਸੈਕਿੰਡ ਕੀ ਹੈ ਜੀ, ਪ੍ਰਸ਼ਨ ਪੁੱਛਣਾ। ਹੁਣ ਦੇਖੋ, ਜਦੋਂ ਪ੍ਰਸ਼ਨ ਕਿਉਂ ਪੁੱਛੇ ਜਾਂਦੇ ਆ, ਤਾਂ ਕਿ ਬੱਚੇ ਦੇ ਜਿਹੜੇ ਗਿਆਨ ਦੇ ਬਾਰੇ ਵਿੱਚ ਆਪਾਂ ਨੂੰ ਪਤਾ ਲੱਗ ਸਕੇ। ਅਧਿਆਪਕ ਨੂੰ ਬੱਚੇ ਦੇ ਗਿਆਨ ਦੇ ਬਾਰੇ ਵਿੱਚ ਪੁਰਾਣੀਆਂ ਉਹਦੀਆਂ ਜੋ ਵੀ ਪੂਰਵ ਗਿਆਨ ਆ, ਜਾਂ ਬੱਚੇ ਨੂੰ ਲੈਕਚਰ ਦੇ ਕੇ, ਹੈ ਨਾ, ਬੱਚੇ ਨੂੰ ਕੀ ਸਮਝ ਆਇਆ ਆ, ਉਹ ਪ੍ਰੀਖਿਆ ਉਹਦੀਆਂ ਜਿਹੜੀਆਂ ਕਠਿਨਾਈਆਂ ਜਾਂ ਉਹਨੂੰ ਵੀ ਕੁਛ ਨਹੀਂ ਪਤਾ ਲੱਗਾ, ਤਾਂ ਅਧਿਆਪਕ ਉਸ ਨੂੰ ਦੁਬਾਰਾ ਫਿਰ ਮੋਟੀਵੇਟ ਕਰ ਸਕਦਾ ਆ ਜਾਂ ਉਸ ਅਕੋਰਡਿੰਗ ਉਸ ਬੱਚੇ ਨੂੰ ਉਹ ਪੜ੍ਹਾ ਸਕਦਾ ਆ। ਤਾਂ ਪ੍ਰਸ਼ਨ ਪੁੱਛਣਾ ਅਧਿਆਪਨ ਦੇ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ। ਨੈਕਸਟ ਹੈ ਜੀ, ਪ੍ਰਸ਼ਨ ਪੁੱਛਣ ਦੇ ਨਾਲ ਕੀ ਹੁੰਦਾ, ਬੱਚੇ ਦੇ ਵਿੱਚ ਖੋਜਪੂਰਨ ਪ੍ਰਵਿਰਤੀਆਂ ਦਾ ਵਿਕਾਸ ਹੁੰਦਾ ਆ ਅਤੇ ਉਹ ਡੂੰਘਾਈ ਦੇ ਵਿੱਚ ਜਾਂਦਾ ਹੈ ਅਤੇ ਉਹਨੂੰ ਉੱਤਰ ਲੰਬੇ ਸਮੇਂ ਤੱਕ ਯਾਦ ਰਹਿੰਦਾ ਆ। ਇਹ ਤਾਂ ਸੀਗਾ ਜੀ ਕਿ ਬੱਚੇ ਨੂੰ ਤਰਕਪੂਰਨ ਪੜ੍ਹਾਇਆ ਜਾਵੇ ਵਿਆਖਿਆ ਵਿਧੀ ਦੇ ਨਾਲ। ਦੂਸਰਾ, ਪ੍ਰਸ਼ਨ ਪੁੱਛਣਾ ਬਹੁਤ ਹੀ ਇੰਪੋਰਟੈਂਟ ਹੈ। ਇਹਦੇ ਨਾਲ ਆਪਾਂ ਬੱਚੇ ਦੀ ਜੋ ਵੀ ਕਠਿਨਾਈਆਂ ਉਹਦੇ ਬਾਰੇ ਜਾਣ ਸਕਦੇ ਹਾਂ ਅਤੇ ਬੱਚੇ ਦੇ ਵਿੱਚ ਨਾ ਖੋਜਪੂਰਨ ਪ੍ਰਵਿਰਤੀਆਂ ਦਾ ਵਿਕਾਸ ਹੁੰਦਾ ਆ। ਨੈਕਸਟ ਹੈ ਜੀ, ਸਮਾਜਿਕ ਵਿਗਿਆਨ ਦੀ ਸ਼੍ਰੇਣੀ ਦਾ ਪ੍ਰਬੰਧ। ਹਾਂਜੀ, ਪ੍ਰਭਾਵਸ਼ਾਲੀ ਅਤੇ ਸਹਿਜ ਅਧਿਆਪਨ ਵਾਤਾਵਰਨ ਅਤੇ ਪ੍ਰਬੰਧ 'ਤੇ ਨਿਰਭਰ ਕਰਦਾ ਆ। ਸ਼੍ਰੇਣੀ ਪ੍ਰਬੰਧ ਕੌਂਸਲਾਂ ਦੇ ਤਹਿਤ ਵਿਭਿੰਨ ਕਿਰਿਆਵਾਂ ਸ਼ਾਮਲ ਹਨ, ਜਿਵੇਂ ਕਿ ਹਾਂਜੀ, ਇਹ ਸਾਰੀਆਂ ਕਿਰਿਆਵਾਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਜਿਵੇਂ ਜਮਾਤ ਵਿੱਚ ਸਮੇਂ ਅਤੇ ਸੰਸਾਧਨਾਂ ਦਾ ਪ੍ਰਬੰਧ ਹੋਣਾ ਚਾਹੀਦਾ। ਜਮਾਤ ਨੂੰ ਉਦੇਸ਼ਪੂਰਨ ਅਤੇ ਰੌਚਕ ਬਣਾਉਣਾ ਹੁੰਦਾ ਹੈ। ਨਿਰਪੱਖ ਅਤੇ ਨਿਆਂਪੂਰਨ। ਨਿਰਪੱਖ ਅਤੇ ਨਿਆਂਪੂਰਨ ਮਤਲਬ ਬੱਚਿਆਂ ਦੇ ਨਾਲ, ਸਾਰਿਆਂ ਦੇ ਨਾਲ ਸੇਮ ਵਿਵਹਾਰ ਕੀਤਾ ਜਾਣਾ ਚਾਹੀਦਾ ਆ। ਅਤੇ ਵਿਦਿਆਰਥੀਆਂ ਦੇ ਧਿਆਨ ਨੂੰ ਪੁਨਰਬਲਨ ਮਤਲਬ ਰੀਇਨਫੋਰਸਮੈਂਟ, ਉਹਨਾਂ ਦੀ ਰੁਚੀ ਪੈਦਾ ਕਰਨਾ, ਪੜ੍ਹਨ ਦੇ ਵਿੱਚ, ਸਬਜੈਕਟ ਦੇ ਵਿੱਚ ਉਹਨਾਂ ਦੀ ਰੁਚੀ ਪੈਦਾ ਕਰਨਾ। ਮਿੱਤਰਤਾਪੂਰਵਕ ਅਤੇ ਸਹਿਯੋਗ ਲੋਕਤੰਤਰਿਕ ਵਾਤਾਵਰਨ ਦਾ ਨਿਰਮਾਣ ਕਰਨਾ। ਲੋਕਤੰਤਰਿਕ ਵਾਤਾਵਰਨ ਮਤਲਬ ਉਹਨਾਂ ਦੀ ਸਭ ਦੀ ਸੁਣੀ ਜਾਣੀ ਚਾਹੀਦੀ ਹੈ। ਬੱਚਿਆਂ ਦੇ ਅਕੋਰਡਿੰਗ ਹੀ ਅਧਿਆਪਕ ਨੂੰ ਉਹਨਾਂ ਦੀ ਨੀਡ ਦੇ ਅਕੋਰਡਿੰਗ ਹੀ ਪੜ੍ਹਾਉਣਾ ਚਾਹੀਦਾ ਆ। ਜਮਾਤ ਦੇ ਵਿੱਚ ਅਧਿਐਨ ਦੇ ਲਈ ਜਿਹੜੇ ਨਿਰਦੇਸ਼, ਉਹਨਾਂ ਨੂੰ ਸਪਸ਼ਟ ਤਰੀਕੇ ਨਾਲ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਆ। ਅਨੁਚਿਤ ਅਤੇ ਅਨੁਸ਼ਾਸਨਹੀਣ ਵਿਵਹਾਰ ਨੂੰ ਰੋਕਿਆ ਜਾਣਾ ਚਾਹੀਦਾ ਆ। ਠੀਕ ਹੈ, ਜਮਾਤ ਦੇ ਵਿੱਚ ਸਮੇਂ ਅਤੇ ਸੰਸਾਧਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਆ। ਅਤੇ ਪੁਨਰਬਲਨ ਰੀਇਨਫੋਰਸਮੈਂਟ
ਹੋਣੀ ਚਾਹੀਦੀ ਹੈ, ਜਿਵੇਂ ਸ਼ਾਬਾਸ਼ ਵਰਗੇ ਜਿਹੜੇ ਵਰਡਸ ਆ ਯੂਜ਼ ਕੀਤੇ ਜਾਣੇ ਚਾਹੀਦੇ ਆ। ਰੀਇਨਫੋਰਸ ਜ਼ਰੂਰੀ ਹੈ ਜੀ। ਰੀਇਨਫੋਰਸ ਉਹੀ ਹੁੰਦਾ ਹੈ ਬੱਚਿਆਂ ਨੂੰ ਮੋਟੀਵੇਟ ਕਰਨਾ, ਰੁਚੀ ਪੈਦਾ ਕਰਨੀ ਬੱਚਿਆਂ ਦੀ। ਅਧਿਆਪਕ ਦੇ ਨਿਰਦੇਸ਼ਾਂ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਆ। ਅਧਿਆਪਕ ਵਿੱਚ ਪਾਠ ਪ੍ਰਸਤਾਵਨਾ ਦਾ ਕੌਸ਼ਲ ਹੋਣਾ ਚਾਹੀਦਾ। ਪਾਠ ਪ੍ਰਸਤਾਵਨਾ ਦਾ ਕੌਸ਼ਲ ਮਤਲਬ ਕੀ ਹੁੰਦਾ ਆ ਕਿ ਅਧਿਆਪਕ ਦੇ ਵਿੱਚ ਨਾ ਪੜ੍ਹਾਉਣ ਦੀ ਕਲਾ ਹੋਣੀ ਚਾਹੀਦੀ ਹੈ, ਵੀ ਕੋਈ ਵੀ ਟੌਪਿਕ ਹੈ ਉਹਨੂੰ ਸਮਝਾਉਣ ਦਾ ਉਹਦੇ ਵਿੱਚ ਕਲਾ ਹੋਣੀ ਚਾਹੀਦੀ ਆ। ਬਾਕੀ ਬਲੈਕ ਬੋਰਡ ਯੂਜ਼ ਕਰਨ ਦੀ ਜਿਹੜਾ ਕਰਨਾ ਚਾਹੀਦਾ ਆ। ਨੈਕਸਟ, ਵਿਦਿਆਰਥੀਆਂ ਦੇ ਪੂਰਵ ਗਿਆਨ ਦਾ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਣਾ ਚਾਹੀਦਾ ਆ। ਠੀਕ ਹੈ, ਬੱਚਾ ਜਦੋਂ ਕੋਈ ਵੀ ਟੌਪਿਕ ਸ਼ੁਰੂ ਕਰਨਾ, ਪਹਿਲਾਂ ਬੱਚਾ ਤਾਂ ਮੰਨ ਲਓ ਵੀ ਕੋਈ ਵੀ ਜਿਵੇਂ ਸੁਤੰਤਰਤਾ ਦਿਵਸ ਦੇ ਬਾਰੇ ਵਿੱਚ ਹੈ ਨਾ, ਇੱਥੇ ਮੈਂ ਐਗਜ਼ਾਮਪਲ ਵੀ ਦਿੱਤੀ ਹੋਈ ਹੈ, ਚਲੋ ਇਹ ਵੀ ਆਪਾਂ ਅੱਗੇ ਜਾ ਕੇ ਕਰਦੇ ਹਾਂ। ਮੰਨ ਲਓ ਵੀ ਸੁਤੰਤਰਤਾ ਦਿਵਸ ਆ, ਉਹਦੇ ਬਾਰੇ ਆਪਾਂ ਪੁੱਛਾਂਗੇ ਬੱਚੇ ਨੂੰ। ਅਧਿਆਪਕ ਸੁਤੰਤਰਤਾ ਦਿਵਸ ਦੇ ਨਾਲ ਰਿਲੇਟਡ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਕੁ ਕੁਐਸਚਨ ਪੁੱਛੇਗਾ ਵੀ ਕਿਉਂ ਮਨਾਇਆ ਜਾਂਦਾ ਆ, ਹੈ ਨਾ, ਇਸ ਦਿਨ ਨੂੰ ਕੀ ਹੋਇਆ ਸੀਗਾ, ਕਿਹੜਾ ਦਿਨ ਯਾਦ ਕਰਦੇ ਹਾਂ। ਤਾਂ ਇਸ ਤਰ੍ਹਾਂ ਪੂਰਵ ਗਿਆਨ ਦਾ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਣਾ ਚਾਹੀਦਾ ਆ। ਉਚਿਤ ਸਾਧਨ ਜਿਵੇਂ ਵਿਆਖਿਆ, ਦ੍ਰਿਸ਼ਟਾਂਤ ਪ੍ਰਯੋਗ, ਕਹਾਣੀ ਕਥਨ, ਨਾਟਕੀਕਰਨ, ਪ੍ਰਸ਼ਨ ਪੁੱਛਣਾ, ਇਹ ਚੀਜ਼ਾਂ ਦੀ ਵਰਤੋਂ ਕਲਾਸ ਦੇ ਵਿੱਚ ਕੀਤੀ ਜਾਣੀ ਚਾਹੀਦੀ ਆ। ਹੁਣ ਇਹ ਇੰਪੋਰਟੈਂਟ ਚੀਜ਼ ਆ ਕਿ ਪ੍ਰਸ਼ਨ ਪੁੱਛਦੇ ਸਮੇਂ ਨਾ ਸੰਬੰਧਤਾ ਹੋਣੀ ਚਾਹੀਦੀ ਆ। ਮਤਲਬ ਵੀ ਉਦਾਹਰਨ ਦੇ ਤੌਰ 'ਤੇ ਉਦਾਹਰਨ ਵੀ ਦਿੱਤੀ ਇੱਥੇ ਕਿ ਸੰਬੰਧਤਾ ਕਿਵੇਂ ਹੋਣੀ ਚਾਹੀਦੀ ਹੈ। ਜੇਕਰ ਸੁਤੰਤਰਤਾ ਦਾ ਪਾਠ ਪੜ੍ਹਾ ਰਹੇ ਆਪਾਂ ਤਾਂ ਅਧਿਆਪਕ ਕੀ ਪੁੱਛੂਗਾ ਕਿ ਤੁਸੀਂ ਸੁਤੰਤਰਤਾ ਦਿਵਸ ਕਦੋਂ ਮਨਾਉਂਦੇ ਹੋ। ਠੀਕ ਹੈ, ਅਤੇ ਜੇਕਰ ਪੁੱਛੂਗਾ ਉਹ ਰਾਸ਼ਟਰਪਤੀ ਦੀ ਚੋਣ ਕੌਣ ਕਰਦਾ ਹੈ, ਤਾਂ ਇਹਦਾ ਮਤਲਬ ਕੀ ਹੋਊਗਾ ਵੀ ਸੁਤੰਤਰਤਾ ਦਿਵਸ ਦੇ ਨਾਲ ਰਾਸ਼ਟਰਪਤੀ ਦੀ ਚੋਣ ਦਾ ਤਾਂ ਕੋਈ ਹੈ ਹੀ ਨਹੀਂ ਗਾ ਮਤਲਬ। ਤਾਂ ਇਹ ਕੁਐਸਚਨ ਗਲਤ ਹੋਊਗਾ। ਸਹੀ ਕੀ ਹੋਊਗਾ ਕਿ ਤੁਸੀਂ ਸੁਤੰਤਰਤਾ ਦਿਵਸ ਕਦੋਂ ਮਨਾਉਂਦੇ ਹੋ। ਮਤਲਬ ਜਿਹੜਾ ਟੌਪਿਕ ਪੜ੍ਹਾਉਣਾ ਕਲਾਸ ਦੇ ਵਿੱਚ ਉਸੇ ਟੌਪਿਕ ਦੇ ਨਾਲ ਸੰਬੰਧਿਤ ਉਹਦੇ ਤੋਂ ਕੁਐਸਚਨ ਪੁੱਛੇ ਜਾਣੇ ਚਾਹੀਦੇ ਆ। ਨੈਕਸਟ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ, ਆਗਮਨਾਤਮਿਕ ਉਪਾਗਮ। ਠੀਕ ਹੈ, ਜਿਹਨੂੰ ਇੰਡਕਟਿਵ ਅਪਰੋਚ ਵੀ ਕਹਿੰਦੇ ਆ। ਇੰਡਕਟਿਵ ਆਪਾਂ ਇੰਗਲਿਸ਼ ਦੇ ਵਿੱਚ ਬੋਲਾਂਗੇ, ਥੋੜ੍ਹਾ ਜਿਹਾ ਪੰਜਾਬੀ ਦੇ ਵਿੱਚ ਅੜ ਗਿਆ ਹੈ ਨਾ ਕੰਮ। ਚਲੋ, ਇੰਡਕਟਿਵ ਅਪਰੋਚ ਕੀ ਹੁੰਦੀ ਹੈ? ਇਹ ਹੁੰਦੀ ਹੈ ਜੀ ਉਪਾਗਮ। ਇਹ ਜਿਹੜਾ ਇੰਡਕਟਿਵ ਅਪਰੋਚ ਹੈ ਨਾ, ਇਹਦਾ ਮਤਲਬ ਕੀ ਹੁੰਦਾ ਆ ਕਿ ਇਹ ਕਿਸੇ ਧਾਰਨਾ, ਵਿਚਾਰ ਜਾਂ ਸਿਧਾਂਤ ਦੇ ਬੋਧ ਦੇ ਵਿੱਚ ਸਹਾਇਤਾ ਕਰਦਾ ਆ। ਠੀਕ ਹੈ, ਕੀ ਹੁੰਦਾ ਆ ਇਹ ਕਿ ਇਹਦੇ ਵਿੱਚ ਨਾ ਉਦਾਹਰਨਾਂ ਤੋਂ ਸ਼ੁਰੂ ਕਰਕੇ ਆਹ ਚੀਜ਼ ਇੰਪੋਰਟੈਂਟ ਆ, ਪੇਪਰ ਦੇ ਵਿੱਚ ਇੱਦਾਂ ਕਰਕੇ ਆਉਂਦਾ ਆ ਕਿ ਜਿਹੜੀ ਇੰਡਕਟਿਵ ਅਪਰੋਚ ਹੈ ਨਾ, ਉਹ ਉਦਾਹਰਨਾਂ ਤੋਂ ਸ਼ੁਰੂ ਹੋ ਕੇ ਵਿਚਾਰ ਦੇ ਵਿੱਚ ਜਾਂਦੀ ਆ। ਉਦਾਹਰਨ ਤੋਂ ਸ਼ੁਰੂ ਹੁੰਦੀ ਆ, ਬਸ ਇੰਨਾ ਯਾਦ ਰੱਖ ਲਓ। ਇੰਡਕਟਿਵ ਜਿਹੜੀ ਅਪਰੋਚ ਹੈ ਨਾ, ਉਦਾਹਰਨ ਤੋਂ ਸ਼ੁਰੂ ਹੋ ਕੇ ਸਿੱਟਾ ਕੱਢਦੇ ਹੋਏ ਵਿਚਾਰਾਂ ਨੂੰ ਸਮਝਣ ਦਾ ਆਪਾਂ ਯਤਨ ਕਰਦੇ ਹਾਂ। ਬਸ ਇਹਦੇ ਵਿੱਚ ਇਹ ਯਾਦ ਰੱਖਣਾ, ਇਹ ਉਦਾਹਰਨ ਤੋਂ ਸ਼ੁਰੂ ਹੁੰਦੀ ਆ। ਅਤੇ ਜਿਹੜੀ ਨਿਗਮਨਾਤਮਕ ਉਪਾਗਮ ਹੁੰਦਾ ਨਾ, ਡਿਡਕਟਿਵ ਅਪਰੋਚ ਹੁੰਦੀ ਆ, ਉਹਦੇ ਵਿੱਚ ਆਪਾਂ ਉਦਾਹਰਨ ਵੱਲ ਨੂੰ ਜਾਂਦੇ ਹਾਂ। ਉਹ ਵੀ ਆਪਾਂ ਅੱਗੇ ਜਾ ਕੇ ਕਰਦੇ ਹਾਂ। ਅਤੇ ਇਹ ਜਿਹੜੇ ਹੈਗੇ ਜੀ ਆਗਮਨ ਵਿਧੀ ਦੇ ਸਟੈਪਸ ਆ, ਇਹਦੇ ਵਿੱਚੋਂ ਵੀ ਕਈ ਵਾਰੀ ਕੁਐਸਚਨ ਪੁੱਛ ਲੈਂਦੇ। ਜਿਹੜੇ ਸਟੈਪਸ ਆ ਨਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਆਗਮਨ ਵਿਧੀ ਦੇ ਜਿਹੜੇ ਸਟੈਪਸ ਆ, ਇਹਨਾਂ ਨੂੰ ਕਈ ਵਾਰੀ ਅਰੇਂਜ ਕਰਨ ਦੇ ਲਈ ਕਹਿ ਦਿੰਦੇ ਆ ਵੀ ਇਹਦਾ ਸਹੀ ਜਿਹੜਾ ਹੈਗਾ ਉਹ ਕਿਹੜਾ ਆ, ਸਹੀ ਕ੍ਰਮ ਕੀ ਆ। ਸਭ ਤੋਂ ਪਹਿਲਾਂ ਕੀ ਹੋਊਗਾ, ਆਗਮਨ ਵਿਧੀ ਦੇ ਵਿੱਚ ਸਮੱਸਿਆ ਦੀ ਪਹਿਚਾਣ ਹੋਊਗੀ। ਇਹ ਯਾਦ ਕਰਨਾ ਜੀ ਤੁਹਾਡੇ ਹੱਥ ਵਿੱਚ ਆ, ਤੁਸੀਂ ਇਹਨੂੰ ਯਾਦ ਕਰਨਾ ਆ। ਸਭ ਤੋਂ ਪਹਿਲਾਂ ਸਮੱਸਿਆ ਹੋਣੀ ਚਾਹੀਦੀ ਹੈ, ਸਮੱਸਿਆ ਦੀ ਪਹਿਚਾਣ। ਦੂਸਰਾ, ਡਾਟਾ ਕਲੈਕਟ ਕਰਨਾ ਆ। ਡਾਟਾ ਦੀ ਖੋਜ, ਮਤਲਬ ਆਪਾਂ ਨੂੰ ਡਾਟਾ ਸਾਰਾ ਮਿਲਣਾ ਚਾਹੀਦਾ। ਫਿਰ ਅੰਕੜੇ ਇਕੱਠੇ ਕੀਤੇ ਜਾਂਦੇ ਆ। ਫਿਰ ਸੰਭਵ ਹੱਲ, ਸੋਲਿਊਸ਼ਨ ਕੱਢਣਾ ਹੁੰਦਾ। ਉਸ ਤੋਂ ਬਾਅਦ ਫਿਰ ਕੁਝ ਕੁ ਰੱਦ ਕਰਨਾ, ਮਤਲਬ ਕੁਛ ਕੁ ਜਿਹੜੀਆਂ ਉਹਦੇ ਵਿੱਚ ਕਮੀਆਂ ਰਹਿ ਗਈਆਂ ਉਹਨਾਂ ਨੂੰ ਆਪਾਂ ਪਾਸੇ ਕਰ ਦੇਣਾ, ਰੱਦ ਕਰ ਦੇਣਾ। ਲਾਸਟ ਕੀ ਹੁੰਦਾ ਜੀ, ਪੜਤਾਲ ਕਰਨੀ। ਤਾਂ ਇਹ ਆਗਮਨ ਵਿਧੀ ਦੇ ਸਟੈਪਸ ਆ, ਇਹ ਵੀ ਯਾਦ ਕਰ ਲਿਓ। ਨੈਕਸਟ ਹੈ ਜੀ, ਇਸ ਵਿਧੀ ਦਾ ਪ੍ਰਯੋਗ ਕਰਦੇ ਸਮੇਂ ਅਧਿਆਪਕ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਉਦਾਹਰਨਾਂ ਸਰਲ, ਰੌਚਕ ਅਤੇ ਸੰਬੰਧਿਤ ਹੋਣ। ਨੈਕਸਟ ਹੈ ਜੀ ਨਿਗਮਨਾਤਮਕ ਵਿਧੀ। ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਕੋਈ ਵੀ ਜਿਹੜੇ ਨਿਯਮ ਆ, ਹੈ ਨਾ, ਨਿਯਮ ਅਤੇ ਧਾਰਨਾ ਦੇ ਪ੍ਰਯੋਗ ਦੇ ਵਿੱਚ ਸਹਾਇਤਾ ਇਹ ਪ੍ਰਦਾਨ ਕਰਦਾ ਆ। ਇਹਦੇ ਵਿੱਚ ਕੀ ਹੁੰਦਾ ਹੈ ਜੀ,
ਪਹਿਲੀ ਆਪਾਂ ਇੰਡਕਟਿਵ ਦੇ ਵਿੱਚ ਕੀ ਕਿਹਾ ਸੀ, ਉਦਾਹਰਨਾਂ ਤੋਂ ਸ਼ੁਰੂ ਹੋ ਕੇ ਵਿਚਾਰ ਦੇ ਵੱਲ ਨੂੰ ਜਾਂਦੀ ਆ। ਤੇ ਨਿਗਮਨਾਤਮਕ ਉਪਾਗਮ ਕੀ ਹੁੰਦਾ ਆ, ਵਿਚਾਰ ਤੋਂ ਇਹ ਉਦਾਹਰਣ ਵੱਲ ਨੂੰ ਜਾਂਦਾ ਆ। ਇਹ ਚੀਜ਼ ਯਾਦ ਰੱਖਣ ਵਾਲੀ ਪੇਪਰਾਂ ਦੇ ਵਿੱਚ ਬਹੁਤ ਵਾਰ ਪੁੱਛੀ ਗਈ ਆ ਕਿ ਡਿਡਕਟਿਵ ਅਪਰੋਚ ਆ ਜਦੋਂ ਕੋਈ ਮਤਲਬ ਜਦੋਂ ਆਪਾਂ ਵਿਚਾਰ ਤੋਂ ਉਦਾਹਰਣ ਵੱਲ ਨੂੰ ਜਾਂਦੇ ਆ। ਕੋਈ ਅਧਿਆਪਕ ਕੋਈ ਵਿਚਾਰ ਨੂੰ ਪੜ੍ਹਾਉਂਦਾ ਉਹਨੂੰ ਉਦਾਹਰਨਾਂ ਵੱਲ ਨੂੰ ਲੈ ਕੇ ਜਾਂਦਾ ਤਾਂ ਇਹ ਕਿਹੜੀ ਅਪਰੋਚ ਹੁੰਦੀ ਆ, ਇਹ ਡਿਡਕਟਿਵ ਅਪਰੋਚ ਹੁੰਦੀ ਆ। ਨੈਕਸਟ ਹੈ ਜੀ ਅਧਿਆਪਕ ਨੂੰ ਇਸ ਕੌਸ਼ਲ ਦੇ ਵਿਕਾਸ ਦੇ ਲਈ ਦੋਨੇ ਹੀ ਅਧਿਆਪਕ ਹੈ ਜਿਹੜਾ ਉਹ ਦੋਵੇਂ ਹੀ ਉਪਾਗਮਾਂ ਦਾ ਮਿਸ਼ਰਿਤ ਪ੍ਰਯੋਗ ਕਰ ਸਕਦਾ ਆ ਕਲਾਸ ਦੇ ਵਿੱਚ। ਨਿਗਮਨ ਵਿਧੀ ਤੇ ਆਗਮਨ ਵਿਧੀ ਦੋਨਾਂ ਦਾ ਪ੍ਰਯੋਗ ਕੀਤਾ ਜਾ ਸਕਦਾ। ਅੱਗੇ ਹੁਣ ਨਿਗਮਨ ਵਿਧੀ ਦੇ ਵੀ ਸਟੈਪਸ ਦਿੱਤੇ ਹੋਏ ਆ, ਇਹ ਵੀ ਯਾਦ ਰੱਖਣੇ ਆ, ਠੀਕ ਹੈ, ਕਿਉਂਕਿ ਸਟੈਪਸ ਹੀ ਜ਼ਿਆਦਾ ਪੁੱਛੇ ਜਾਂਦੇ ਆ ਕਈ ਵਾਰ। ਤੇ ਨਿਗਮਨ ਤੇ ਆਗਮਨ ਵਿਧੀ 'ਚ ਨਾ ਬਹੁਤ ਵਾਰ ਕੁਐਸਚਨ ਹਰ ਵਾਰ ਆਉਂਦਾ ਹੀ ਆ। ਤਾਂ ਇਹਦੇ ਸਟੈਪਸ ਕਿਹੜੇ ਆ, ਸਮੱਸਿਆ ਦੀ ਪਹਿਚਾਣ, ਤੱਥਾਂ ਦੀ ਖੋਜ, ਪੁਨਰ ਨਿਰੀਖਣ, ਸਿੱਟਾ ਕੱਢਣਾ ਤੇ ਪੜਤਾਲ ਕਰਨੀ। ਇਹਨਾਂ ਨੂੰ ਲਿਖ ਕੇ ਰੱਖ ਲਿਓ ਸਟੈਪਸ। ਬਸ ਯਾਦ ਇਹ ਨਹੀਂ ਵੀ ਇੱਕ ਦਿਨ 'ਚ ਆਪਾਂ ਬਹਿ ਗਏ ਕਾਪੀ ਲੈ ਕੇ ਬਸ ਯਾਦ ਹੀ ਕਰੀ ਜਾਣਾ। ਹੁਣ ਆਪਾਂ ਨੂੰ ਯਾਦ ਹੀ ਕਰਕੇ ਛੱਡਣਾ। ਰੋਜ਼ ਇਹਨਾਂ ਨੂੰ ਪੜ੍ਹ ਲਿਆ ਕਰੋ 2-3 ਵਾਰੀ ਦਿਨ 'ਚ, 3 ਵਾਰੀ ਦਿਨ 'ਚ, ਸਵੇਰੇ ਸ਼ਾਮ ਦੁਪਹਿਰੇ ਹੈ ਨਾ। ਫਿਰ ਰੋਜ਼ ਇਹਨਾਂ ਨੂੰ ਪੜ੍ਹ ਲਿਆ ਕਰੋ, ਆਪੇ ਫਿਰ ਪੇਪਰ 'ਚ ਯਾਦ ਆ ਜਾਊਗਾ ਇਸ ਤਰ੍ਹਾਂ ਨਾਲ। ਨੈਕਸਟ ਹੈ ਜੀ ਸਮਾਜਿਕ ਵਿਗਿਆਨ ਪੜ੍ਹਾਉਣ ਦੇ ਵਿੱਚ ਆਪਾਂ ਨੂੰ ਚਿੱਤਰ, ਚਾਰਟ ਤੇ ਗ੍ਰਾਫ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਇਹ ਤੁਸੀਂ ਧਿਆਨ 'ਚ ਰੱਖਿਓ ਜੀ। ਭੂਗੋਲ ਆ, ਇਤਿਹਾਸ ਆ, ਕੋਈ ਵੀ ਜਿਹੜਾ SST ਦਾ ਵਿਸ਼ਾ ਆ ਉਹਦੇ ਵਿੱਚ ਆਪਾਂ ਨੂੰ ਚਿੱਤਰ ਮਿਲ ਜਾਣਗੇ। ਬੁੱਕਸ ਦੇ ਉੱਤੇ ਵੀ ਚਿੱਤਰ ਬਣੇ ਹੁੰਦੇ ਆ। ਭੂਗੋਲ ਦੇ ਵਿਦਿਆਰਥੀਆਂ ਨੂੰ ਵੀ ਚਿੱਤਰ ਦਿਖਾ ਕੇ ਆਪਾਂ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਹਾਂ। ਪਸ਼ੂ ਪੰਛੀਆਂ ਦੇ ਪੁਰਾਣੀਆਂ ਜਿਹੜੇ ਵੱਡੇ ਭਵਨ ਹੈ ਨਾ ਉਹਨਾਂ। ਅਤੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਸਮਰਾਟਾਂ, ਮਹਾਰਾਣੀਆਂ, ਪਹਿਰਾਵਿਆਂ, ਹਥਿਆਰ ਆਦਿ ਦੇ ਜਿਹੜੇ ਆਪਾਂ ਚਿੱਤਰ ਦਿਖਾਉਣ ਦੇ ਨਾਲ ਨਾ ਜ਼ਿਆਦਾ ਵਧੀਆ ਸਮਝ ਆਉਂਦੀ ਆ। ਮਾਡਲ ਵੀ ਦਿਖਾ ਸਕਦੇ ਹਾਂ। ਕੋਈ ਵੀ ਹੁਣ ਦੇਖੋ ਹਰੇਕ ਥਾਂ 'ਤੇ ਆਪਾਂ ਪਹੁੰਚ ਨਹੀਂ ਸਕਦੇ, ਬੱਚਿਆਂ ਨੂੰ ਲਿਜਾ ਨਹੀਂ ਸਕਦੇ ਗੇ ਹੈ ਨਾ। ਅਤੇ ਵੈਸੇ ਤਾਂ ਕਿਸੇ ਵੀ ਜਗ੍ਹਾ ਦਾ ਸਰਵੇ ਕਰਵਾ ਕੇ ਵੀ ਆਪਾਂ ਵਧੀਆ ਤਰੀਕੇ ਨਾਲ ਉਹਨੂੰ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ। ਪਰ ਜਿੱਥੇ ਆਪਾਂ ਨਹੀਂ ਲਿਜਾ ਸਕਦੇ ਉਹਨਾਂ ਚੀਜ਼ਾਂ ਦਾ ਆਪਾਂ ਮਾਡਲ ਬਣਵਾ ਕੇ ਬੱਚਿਆਂ ਨੂੰ ਵਧੀਆ ਜਾਣਕਾਰੀ ਦੇ ਸਕਦੇ ਹਾਂ। ਮਾਡਲ ਪਾਠ ਨੂੰ ਕੀ ਬਣਾਉਂਦੇ ਆ ਜੀ, ਰੋਚਕ ਬਣਾਉਂਦੇ ਆ, ਠੀਕ ਹੈ, ਪ੍ਰਭਾਵਸ਼ਾਲੀ ਬਣਦੇ ਆ, ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਮਝ ਆਉਂਦੀ ਆ। ਮਾਡਲ ਕਾਹਦੇ ਬਣਾ ਸਕਦੇ ਹਾਂ, ਜਿਵੇਂ ਧਰਤੀ ਦੀ ਗਤੀ ਦਾ ਮਾਡਲ ਆ, ਸੌਰ ਮੰਡਲ, ਮੰਦਰ, ਪੁਰਾਣੀਆਂ ਇਮਾਰਤਾਂ ਹੋ ਗਈਆਂ, ਠੀਕ ਹੈ। ਇਹ ਸਾਰੇ ਜਿਹੜੇ ਆਪਾਂ ਮਾਡਲ ਬੱਚਿਆਂ ਨੂੰ ਬਣਾਉਣ ਲਈ ਕਹਿ ਸਕਦੇ ਹਾਂ ਜਾਂ ਬਣਾ ਕੇ ਦੇ ਸਕਦੇ ਹਾਂ, ਉਹਦੇ ਰਾਹੀਂ ਬੱਚਿਆਂ ਨੂੰ ਸਮਝਾ ਸਕਦੇ ਹਾਂ, ਠੀਕ ਹੈ। ਨੈਕਸਟ ਹੈ ਜੀ ਸਮਾਂ ਗ੍ਰਾਫ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ SST ਦੇ ਵਿੱਚ। ਜਿਵੇਂ ਇਤਿਹਾਸ ਦੇ ਕ੍ਰਮ ਆਪਾਂ ਪੜ੍ਹਨੇ ਹੁੰਦੇ ਆ ਹੈ ਨਾ, ਤਾਂ ਜਿਹੜਾ ਸਮਾਂ ਹੈ ਨਾ ਰਾਜਵੰਸ਼ਾਂ ਦੀ ਕ੍ਰਮਿਕ ਤੇ ਅਚਨਚਿਤ ਉੱਨਤੀ ਤੇ ਅਧੋਗਤੀ, ਮਤਲਬ ਕੋਈ ਰਾਜਵੰਸ਼ ਦੀ ਉੱਨਤੀ ਕੀਤੀ ਅਤੇ ਉਹਦਾ ਜਿਹੜਾ ਡਾਊਨਫਾਲ ਹੋਇਆ ਜਾਂ ਕੋਈ ਵੀ ਸਾਰਾ ਮਤਲਬ ਜਿਹੜੀ ਵੀ ਹਿਸਟਰੀ ਦੇ ਵਿੱਚ ਆਪਾਂ ਸਮਾਂ ਗ੍ਰਾਫ ਪੜ੍ਹਦੇ ਹਾਂ ਤਾਂ ਉਹ ਸਮਾਂ ਗ੍ਰਾਫ ਵੀ ਕਲਾਸਾਂ ਦੇ ਵਿੱਚ ਹੋਣੇ ਚਾਹੀਦੇ ਆ। ਨੈਕਸਟ ਹੈ ਜੀ ਅਜਾਇਬ ਘਰ। ਤਾਂ ਕਲਾਸ ਦੇ ਕਮਰੇ SST ਦੀ ਕਲਾਸ ਦੇ ਕਮਰੇ ਦੇ ਕੋਨੇ ਦੇ ਵਿੱਚ ਨਾ ਇੱਕ ਲਘੂ ਅਜਾਇਬ ਘਰ, ਮਤਲਬ ਨਾ ਜਿਵੇਂ ਮੰਨ ਲਓ ਵੀ ਇਤਿਹਾਸ ਪੜ੍ਹਾਉਣਾ, ਉਹਦੇ ਵਿੱਚ ਸਿੱਕੇ ਪ੍ਰਾਚੀਨ ਕਾਲ ਦੇ ਸਿੱਕੇ ਆ ਹੈ ਨਾ, ਉੱਦਾਂ ਦੀਆਂ ਕੋਈ ਪਿਕਚਰਸ ਲਗਾ ਕੇ ਜਾਂ ਕੋਈ ਸਟੋਨ ਵਗੈਰਾ ਉਹਨਾਂ ਨੂੰ ਦਿਖਾ ਕੇ ਉਹ ਚੀਜ਼ਾਂ ਨਾਲ ਬੱਚਿਆਂ ਨੂੰ ਜ਼ਿਆਦਾ ਜਿਹੜੀ ਉਹਨਾਂ ਦੀ ਸਥਾਈ ਦਿਮਾਗ ਦੇ ਵਿੱਚ ਨਾ ਸਥਾਈ ਰੂਪ ਦੇ ਵਿੱਚ ਬੈਠ ਜਾਂਦੀਆਂ ਆ ਗੱਲਾਂ। ਤਾਂ ਅਜਾਇਬ ਘਰ ਦੀ ਯਾਤਰਾ ਵੀ ਕਰਵਾਉਣੀ ਚਾਹੀਦੀ ਹੈ ਜੀ। ਤਾਂ SST ਦੇ ਵਿੱਚ ਨਾ ਹਮੇਸ਼ਾ ਜਦੋਂ ਕੁਐਸਚਨ ਆਊਗਾ ਆਪਸ਼ਨ ਆਉਣਗੀਆਂ ਅਤੇ ਜਿਵੇਂ ਯਾਤਰਾ ਕਰਵਾਉਣੀ, ਇਹ ਵੀ ਠੀਕ, ਮਤਲਬ ਸਮਾਜਿਕ ਸਿੱਖਿਆ ਦੇ ਵਿੱਚ ਨਾ ਹਮੇਸ਼ਾ ਵਾਸਤਵਿਕ ਜੀਵਨ ਦੇ ਨਾਲ ਬੱਚੇ ਨੂੰ ਦਾ ਸੰਬੰਧ ਬਣਾਉਣਾ ਹੁੰਦਾ ਆ। ਤਾਂ ਅਜਾਇਬ ਘਰ ਦੀ ਯਾਤਰਾ ਵੀ ਕਰਵਾ ਸਕਦੇ ਹਾਂ। ਤਾਂ ਫਿਰ ਉਹੀ ਗੱਲ ਆ ਗਈ ਜੀ, ਜਿਵੇਂ ਕਿ ਬਾਹਰੀ ਦੁਨੀਆ ਦਾ ਵਿਸਤਾਰ ਹੋਣਾ ਚਾਹੀਦਾ ਸਮਾਜਿਕ ਅਧਿਐਨ ਦੇ ਕਮਰੇ ਦੇ ਵਿੱਚ, ਸੈਰ ਸਪਾਟੇ ਹੋਣੇ ਚਾਹੀਦੇ ਆ, ਠੀਕ ਹੈ। ਤਾਂ ਇਹ ਸਾਰਾ ਤੁਸੀਂ ਇੱਕ ਵਾਰੀ ਆਪ ਵੀ ਵੀਡੀਓ ਨੂੰ ਪੌਜ਼ ਕਰਕੇ ਪੜ੍ਹ ਸਕਦੇ ਹੋ, ਨੋਟਸ ਬਣਾ ਕੇ ਰੱਖ ਸਕਦੇ ਹੋ। ਨੈਕਸਟ ਹੈ ਜੀ ਲੈਕਚਰ ਵਿਧੀ। ਇਹਦੇ ਵਿੱਚ ਕੀ ਹੁੰਦਾ ਹੈ, ਲੈਕਚਰ ਵਿਧੀ ਦੇ ਵਿੱਚ ਨਾ ਅਧਿਆਪਕ ਜ਼ਿਆਦਾ ਸਕਿਰਿਆ ਹੁੰਦਾ ਆ ਹੈ ਨਾ, ਅਧਿਆਪਕ ਜ਼ਿਆਦਾ ਕੰਮ ਕਰਦਾ, ਬੱਚੇ
ਨਿਸ਼ਕਿਰਿਆ ਸਰੋਤਾ ਹੁੰਦੇ ਆ। ਹੁਣ ਬੱਚਿਆਂ ਨੂੰ ਕਲਾਸ ਦੇ ਵਿੱਚ ਸੌਣ ਤੋਂ ਜਾਂ ਨੀਰਸ ਹੋਣ ਤੋਂ ਬਚਾਉਣ ਦੇ ਲਈ ਲੈਕਚਰ ਵਿਧੀ ਦੇ ਵਿੱਚ ਅਧਿਆਪਕ ਕੀ ਕਰ ਸਕਦਾ ਆ, ਪ੍ਰਸ਼ਨ ਉੱਤਰ ਪੁੱਛ ਸਕਦਾ ਆ। ਠੀਕ ਹੈ, ਲੈਕਚਰ ਵਿਧੀ ਤੁਸੀਂ B.Ed ਦੇ ਵਿੱਚ ਪੜ੍ਹਿਆ ਹੋਊਗਾ, ਕੋਈ ਜ਼ਿਆਦਾ ਆਪਾਂ ਨੂੰ ਲੰਬਾ ਚੌੜਾ ਨਹੀਂ ਪੜ੍ਹਨ ਦੀ ਲੋੜ ਹੁੰਦੀ ਗੀ। ਇਹ ਲੈਕਚਰ ਵਿਧੀ ਦੇ ਵਿੱਚ ਇੰਨਾ ਪਤਾ ਵੀ ਅਧਿਆਪਕ ਬੋਲ ਰਿਹਾ, ਬੱਚੇ ਚੁੱਪ-ਚਾਪ ਸੁਣ ਰਹੇ ਆ, ਅਤੇ ਬੱਚਿਆਂ ਦਾ ਇੰਟਰਸਟ ਪੈਦਾ ਕਰਨ ਦੇ ਲਈ ਅਧਿਆਪਕ ਕੀ ਕਰੂਗਾ, ਉਹਨਾਂ ਨੂੰ ਪਾਠ ਦੇ ਵਿੱਚ ਲਿਆਉਣ ਦੇ ਲਈ ਅਧਿਆਪਕ ਕੀ ਕਰੂਗਾ, ਪ੍ਰਸ਼ਨ ਉੱਤਰ ਪੁੱਛੂਗਾ। ਠੀਕ ਹੈ, ਅਤੇ ਹੋਰ ਕੀ ਕਰ ਸਕਦਾ, ਪਾਠ ਨੂੰ ਰੌਚਕ ਬਣਾ ਕੇ ਬੱਚਿਆਂ ਦਾ ਧਿਆਨ ਖਿੱਚ ਸਕਦਾ ਆ। ਇਹ ਨਾ ਹੋਵੇ ਵੀ ਟੀਚਰ ਬੋਲੀ ਜਾਂਦਾ, ਬੱਚੇ ਸੁੱਤੇ ਪਏ ਆ ਜਾਂ ਧਿਆਨ ਹੀ ਹੈ ਨਹੀਂ ਬੱਚਿਆਂ ਦਾ ਨਾ। ਪਾਠ ਨੂੰ ਰੌਚਕ ਬਣਾਇਆ ਜਾ ਸਕਦਾ। ਤਕਨੀਕਾਂ ਅਤੇ ਸਹਾਇਕ ਸਾਧਨਾਂ ਦਾ ਪ੍ਰਯੋਗ ਕਰ ਸਕਦਾ। ਲੈਕਚਰ ਵਿਧੀ ਦੇ ਵਿੱਚ ਨਾ ਕੋਈ ਮਾਡਲ ਦਿਖਾ ਕੇ ਜਾਂ ਫਿਰ ਕੋਈ ਫੋਟੋ ਦਿਖਾ ਕੇ ਬੱਚਿਆਂ ਦਾ ਧਿਆਨ ਖਿੱਚਿਆ ਜਾ ਸਕਦਾ ਆ, ਉਹਨਾਂ ਨੂੰ ਰੁਚੀ ਪੈਦਾ ਕੀਤੀ ਜਾ ਸਕਦੀ ਹੈ ਨਾ। ਬੱਚਿਆਂ ਨੂੰ ਨਵੇਂ ਗਿਆਨ ਦੇ ਨਾਲ ਪੂਰਵ ਗਿਆਨ ਨੂੰ ਵੀ ਜੋੜਿਆ ਜਾਣਾ ਚਾਹੀਦਾ। ਤਾਂ ਜਿਵੇਂ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਉਸ ਲੈਸਨ ਦੇ ਨਾਲ ਸੰਬੰਧਿਤ ਬੱਚਿਆਂ ਤੋਂ ਕੁਐਸਚਨ ਪੁੱਛਣੇ ਚਾਹੀਦੇ ਆ, ਤਾਂ ਜੋ ਬੱਚਿਆਂ ਦੀ ਵੀ ਰੁਚੀ ਪੈਦਾ ਹੋਵੇ ਵੀ ਅੱਜ ਅਸੀਂ ਕੀ ਪੜ੍ਹਨਾ ਆ। ਤਾਂ ਉਹਨਾਂ ਦੇ ਨਾਲ ਹੀ ਅਧਿਆਪਕ ਨੂੰ ਉਹਨਾਂ ਦੇ ਪਿਛਲੇ ਗਿਆਨ ਦੇ ਬਾਰੇ ਵਿੱਚ ਜਾਣਕਾਰੀ ਮਿਲ ਜਾਂਦੀ ਆ। ਵਿਆਖਿਆ ਕਰਨ ਤੋਂ ਬਾਅਦ ਅਧਿਆਪਕ ਅਤੇ ਬੱਚਿਆਂ ਦੇ ਵਿਚਾਲੇ ਅੰਤਰ ਕਿਰਿਆ ਹੋਣੀ ਚਾਹੀਦੀ ਹੈ, ਨਹੀਂ ਤਾਂ ਬੱਚੇ ਨੀਰਸ ਪੈ ਜਾਣਗੇ। ਉਹੀ ਗੱਲ ਆ, ਸੌਂ ਜਾਣਗੇ ਨਾ ਕਲਾਸ ਦੇ ਵਿੱਚ। ਜੇ ਅੰਤਰ ਕਿਰਿਆ ਨਾ ਹੋਈ ਤਾਂ ਬੱਚੇ ਕਲਾਸ ਦੇ ਵਿੱਚ ਆਲਸੀ ਹੋ ਜਾਣਗੇ ਨਾ, ਉਹਨਾਂ ਦਾ ਧਿਆਨ ਨਹੀਂ ਰਹਿਣਾ। ਇਸ ਕਰਕੇ ਅੰਤਰ ਕਿਰਿਆ ਜ਼ਰੂਰੀ। ਅੰਤਰ ਕਿਰਿਆ ਕਿਵੇਂ ਪੈਦਾ ਹੋਊਗੀ, ਪ੍ਰਸ਼ਨ ਪੁੱਛ ਕੇ, ਤਕਨੀਕਾਂ ਜਾਂ ਸਹਾਇਕ ਸਾਧਨਾਂ ਦਾ ਪ੍ਰਯੋਗ ਕਰਕੇ। ਨੈਕਸਟ ਹੈਗੀ ਜੀ ਵਿਚਾਰ ਵਟਾਂਦਰਾ ਵਿਧੀ। ਵਿਚਾਰ ਵਟਾਂਦਰਾ ਵਿਧੀ ਦੇ ਵਿੱਚ ਕੀ ਹੁੰਦਾ ਹੈ, ਸਮੱਸਿਆ ਦਾ ਹੱਲ ਲੱਭਿਆ ਜਾਂਦਾ ਹੈ, ਹੈ ਨਾ। ਸਮੱਸਿਆ ਦਾ ਹੱਲ ਲੱਭਿਆ ਜਾਂਦਾ, ਇੱਕ ਸਮੱਸਿਆ ਦਿੱਤੀ ਜਾਂਦੀ, ਉਹਦੇ ਉੱਤੇ ਵਿਚਾਰ ਵਟਾਂਦਰਾ ਹੁੰਦਾ, ਗਰੁੱਪ ਦੇ ਵਿੱਚ ਬਿਠਾ ਕੇ ਡਿਸਕਸ਼ਨ ਕੀਤੀ ਜਾਂਦੀ ਆ, ਵਾਰਤਾਲਾਪ ਹੁੰਦੀ ਆ। ਤਾਂ ਇਹਦੇ ਵਿੱਚ ਜਿਹੜੇ ਵਿਚਾਰ ਵਟਾਂਦਰੇ ਦੇ ਪ੍ਰਕਾਰ ਹੈ ਜੀ, ਇਹ ਵਾਦ ਵਿਵਾਦ, ਇਹ ਡਿਸਕਸ਼ਨ ਦਾ ਹੀ ਇੱਕ ਪਾਰਟ ਆ। ਡਿਬੇਟ, ਇਹਦੇ ਵਿੱਚ ਕੀ ਹੁੰਦਾ, ਦੋ ਜਾਂ ਦੋ ਤੋਂ ਵੱਧ ਵਿਦਿਆਰਥੀ ਕਿਸੇ ਸਮੱਸਿਆ ਜਾਂ ਕਿਸੇ ਤਰਕ ਨੂੰ ਪੇਸ਼ ਕਰਦੇ ਆ। ਸਿੰਪੋਜ਼ੀਅਮ, ਸਿੰਪੋਜ਼ੀਅਮ ਕੀ ਹੁੰਦਾ ਆ, ਇਹਦੇ ਵਿੱਚ ਕੀ ਹੁੰਦਾ, ਵਿਵਾਦਪੂਰਨ ਪ੍ਰਸ਼ਨਾਂ 'ਤੇ ਸਪਸ਼ਟ ਰੂਪ ਨਾਲ ਵਿਚਾਰ ਕਰਨਾ। ਮਤਲਬ ਸਰੋਤਾ ਅੱਗੇ ਬੈਠੇ ਹੁੰਦੇ ਆ, ਬੱਚਾ ਜਾਂ ਤਾਂ ਨਿਊਜ਼ਪੇਪਰ ਪੜ੍ਹਦਾ ਅੱਗੇ ਖੜ੍ਹ ਕੇ, ਜਾਂ ਫਿਰ 4 ਜਾਂ 5 ਬੱਚੇ ਆ ਜਿਹੜੇ ਇਹਦੇ ਵਿੱਚ ਭਾਗ ਲੈਂਦੇ ਆ। ਨਿਸ਼ਚਿਤ ਸਮੱਸਿਆ 'ਤੇ ਆਪਣੇ ਜਿਹੜੇ ਵਿਚਾਰ ਪੇਸ਼ ਕਰਦੇ ਆ ਜਾਂ ਪੱਤਰ ਵਾਚਨ ਕਰਦੇ ਆ, ਮਤਲਬ ਕੋਈ ਵੀ ਪੱਤਰ ਫੜ ਕੇ ਉਹਨੂੰ ਸਰੋਤਿਆਂ ਦੇ ਸਾਹਮਣੇ ਖੜ੍ਹ ਕੇ ਬੋਲਦੇ ਆ। ਇਹ ਹੁੰਦਾ ਜੀ ਸਿੰਪੋਜ਼ੀਅਮ। ਇਹਦੇ ਵਿੱਚ 4 ਜਾਂ 5 ਬੱਚੇ ਭਾਗ ਲੈਂਦੇ ਆ, ਹੈ ਨਾ। ਅਤੇ ਇਹਦੇ ਵਿੱਚ ਕੀ ਹੁੰਦਾ, ਸਰੋਤਾ ਦੇ ਸਾਹਮਣੇ ਖੜ੍ਹ ਕੇ ਇੱਕ ਸਮੱਸਿਆ ਨੂੰ ਲੱਭਿਆ ਜਾਂਦਾ, ਸਮੱਸਿਆ ਦੇ ਉੱਤੇ ਵਿਚਾਰ ਪੇਸ਼ ਕੀਤੇ ਜਾਂਦੇ ਆ, ਅਤੇ ਜਾਂ ਫਿਰ ਪੱਤਰ ਵਾਚਨ ਕੀਤਾ ਜਾਂਦਾ, ਪੱਤਰ ਪੜ੍ਹੇ ਜਾਂਦੇ ਆ। ਪੈਨਲ ਵਿਚਾਰ ਵਟਾਂਦਰਾ, ਪੈਨਲ ਵਿਚਾਰ ਵਟਾਂਦਰਾ ਕੀ ਹੁੰਦਾ, ਇਹਦੇ ਵਿੱਚ ਨਾ ਵਾਰੀ ਵਾਰੀ ਵਿਚਾਰ ਪ੍ਰਗਟ ਕੀਤੇ ਜਾਂਦੇ ਆ। ਇਹਦੇ ਵਿੱਚ ਪੈਨਲ ਵਿਚਾਰ ਵਟਾਂਦਰੇ ਵਿੱਚ ਵਾਰੀ ਨਾਲ ਵਿਚਾਰ ਪ੍ਰਗਟ ਕਰ ਸਕਦੇ ਆ। ਨੈਕਸਟ ਹੈ ਜੀ ਬ੍ਰੇਨ ਸਟਾਰਮਿੰਗ। ਬ੍ਰੇਨ ਸਟਾਰਮਿੰਗ ਦੇ ਨਾਲ ਕੀ ਹੁੰਦਾ, ਮਨ ਨੂੰ ਉਤੇਜਿਤ ਕੀਤਾ ਜਾਂਦਾ ਆ। ਬੱਚੇ ਦੇ ਮਨ ਦੇ ਵਿੱਚ ਉਤੇਜਨਾ ਪੈਦਾ ਕੀਤੀ ਜਾਂਦੀ ਹੈ ਬ੍ਰੇਨ ਸਟਾਰਮਿੰਗ ਦੇ ਨਾਲ, ਅਤੇ ਉਹਨਾਂ ਦੇ ਵਿੱਚ ਨਾ ਫਿਰ ਅੰਦਰ ਉਹਨਾਂ ਦੇ ਤੂਫਾਨ ਪੈਦਾ ਕੀਤਾ ਜਾਂਦਾ। ਬ੍ਰੇਨ ਸਟਾਰਮਿੰਗ ਦਾ ਮਤਲਬ ਵੀ ਉਹਨਾਂ ਨੇ ਰੁਚੀ ਪੈਦਾ ਕਰਨੀ, ਮੋਟੀਵੇਟ ਕਰਨਾ, ਜਾਂ ਕੋਈ ਉਹਨਾਂ ਦੇ ਇਹ ਵੀ ਜਿਹੜਾ ਬ੍ਰੇਨ ਸਟਾਰਮਿੰਗ ਨਾ, ਇਹ ਹੈਗਾ ਜੀ ਭਾਗ ਕਾਹਦਾ ਆ, ਵਿਚਾਰ ਵਟਾਂਦਰੇ ਦਾ, ਮਤਲਬ ਡਿਸਕਸ਼ਨ ਦਾ ਹੀ ਇੱਕ ਭਾਗ ਆ ਇਹ ਬ੍ਰੇਨ ਸਟਾਰਮਿੰਗ। ਪ੍ਰਸ਼ਨ ਉੱਤਰ ਪੁੱਛ ਕੇ ਉਹਨਾਂ ਤੋਂ ਬ੍ਰੇਨ ਸਟਾਰਮਿੰਗ ਹੁੰਦੀ ਹੈ ਇਹ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ। ਨੈਕਸਟ ਹੈ ਜੀ ਸਟੈਪਸ ਆਫ ਡਿਸਕਸ਼ਨ ਮੈਥਡ ਦੇ ਜਿਹੜੇ ਸਟੈਪਸ ਇਹ ਇੰਪੋਰਟੈਂਟ ਚੀਜ਼ਾਂ ਆ। ਸਟੈਪਸ ਦੇ ਵਿੱਚੋਂ ਨਾ ਬਹੁਤ ਵਾਰ ਕੁਐਸਚਨ ਪੁੱਛੇ ਜਾਂਦੇ ਆ। ਤਾਂ ਇਹਦੇ ਆਹ 4 ਜਿਹੜੇ ਸਟੈਪਸ ਆ ਇਹ ਆਪਣੇ ਲਿਖ ਕੇ ਰੱਖ ਲਓ। ਪਹਿਲਾਂ ਪਲੈਨਿੰਗ ਕੀਤੀ ਜਾਂਦੀ ਹੈ, ਫਿਰ ਪ੍ਰੈਪਰੇਸ਼ਨ ਕੀਤੀ ਜਾਂਦੀ, ਫਿਰ ਕੰਡਕਟ ਕਰਵਾਇਆ ਜਾਂਦੀ ਆ, ਡਿਸਕਸ਼ਨ ਕੰਡਕਟ ਕਰਵਾਈ ਜਾਂਦੀ, ਉਸ ਤੋਂ ਬਾਅਦ ਇਵੈਲੂਏਸ਼ਨ ਕੀਤੀ ਜਾਂਦੀ ਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ, ਇਹਨਾਂ ਨੂੰ ਲਿਖ ਕੇ ਰੱਖ ਲਿਓ ਜੀ ਕਾਪੀ 'ਤੇ, ਸਟੈਪਸ ਵੀ ਯਾਦ ਕਰਨੇ ਆ। ਨੈਕਸਟ ਸਮੱਸਿਆ ਹੱਲ ਵਿਧੀ, ਪ੍ਰੋਬਲਮ ਸੋਲਵਿੰਗ ਮੈਥਡ। ਤਾਂ ਇਹਦੇ ਵਿੱਚ ਕੀ ਹੁੰਦਾ, ਇੱਕ ਜੀਵਨ ਦੀ ਕੋਈ ਸਮੱਸਿਆ ਲਈ ਜਾਂਦੀ ਆ, ਠੀਕ ਆ, ਉਹਦੇ ਉੱਤੇ ਜਿਹੜਾ ਬੱਚੇ ਨੂੰ ਸੋਚਣ ਦਾ ਜਿਹੜਾ ਮਤਲਬ ਮੌਕਾ ਦਿੱਤਾ ਜਾਂਦਾ, ਉਹਦੇ ਵਿੱਚ ਪ੍ਰੋਬਲਮਸ ਜਿਹੜੀ ਵੀ ਸਮੱਸਿਆ ਹੁੰਦੀ ਆ ਉਹਦੇ 'ਤੇ ਬੱਚਿਆਂ ਦੇ ਵਿੱਚ ਜਿਹੜਾ ਉਹਦੇ 'ਤੇ ਹੱਲ ਕਰਨ ਦਾ ਉਹਨੂੰ ਕਿਹਾ ਜਾਂਦਾ ਆ। ਉਹਨਾਂ ਦੇ ਬਾਰੇ ਵਿੱਚ ਮਤਲਬ ਵਿਚਾਰ ਪੇਸ਼ ਕਰਨ ਨੂੰ ਕਿਹਾ ਜਾਂਦਾ ਆ।
ਤੇ ਬਾਕੀ ਜੀ ਜਿਹੜਾ ਸਮੱਸਿਆ ਤੇ ਪ੍ਰੋਜੈਕਟ ਵਿਧੀ ਦੀ ਇਕੱਠੀ ਵਰਤੋਂ ਕੀਤੀ ਜਾਂਦੀ ਆ, ਸਮੱਸਿਆ ਵਿਧੀ ਤੇ ਪ੍ਰੋਜੈਕਟ ਵਿਧੀ ਦੀ ਇਕੱਠੀ ਵਰਤੋਂ ਕੀਤੀ ਜਾਂਦੀ ਹੈ, ਪਰ ਦੋਨਾਂ ਦੇ ਵਿੱਚ ਅੰਤਰ ਹੈ। ਕੀ ਅੰਤਰ ਹੈ ਕਿ ਸਮੱਸਿਆ ਵਿਧੀ ਦੇ ਵਿੱਚ ਮਾਨਸਿਕ ਹੱਲ ਤੇ ਜ਼ੋਰ ਦਿੱਤਾ ਜਾਂਦਾ ਹੈ, ਇਹ ਚੀਜ਼ ਇੰਪੋਰਟੈਂਟ ਆ। ਸਮੱਸਿਆ ਵਿਧੀ ਦੇ ਵਿੱਚ ਮਾਨਸਿਕ ਵਿਧੀ ਤੇ ਜ਼ੋਰ ਦਿੱਤਾ ਜਾਂਦਾ, ਪ੍ਰੋਜੈਕਟ ਵਿਧੀ ਦੇ ਵਿੱਚ ਕਿਰਿਆਤਮਕ ਵਿਧੀ ਪ੍ਰਕਾਰ ਤੇ ਜ਼ੋਰ ਦਿੱਤਾ ਜਾਂਦਾ। ਮਤਲਬ ਪ੍ਰੋਜੈਕਟ ਵਿਧੀ ਦੇ ਵਿੱਚ ਕਿਰਿਆਤਮਕ ਤੇ ਸਮੱਸਿਆ ਵਿਧੀ ਦੇ ਵਿੱਚ ਮਾਨਸਿਕ ਹੱਲ, ਪ੍ਰੋਜੈਕਟ ਵਿਧੀ ਦੇ ਵਿੱਚ ਕਿਰਿਆਤਮਕ ਹੱਲ। ਠੀਕ ਹੈ, ਇਹ ਫਰਕ ਆ। ਨੈਕਸਟ ਹੈ ਜੀ ਪ੍ਰਯੋਜਨਾ ਵਿਧੀ, ਪ੍ਰੋਜੈਕਟ ਮੈਥਡ। ਇਹਦੇ ਵਿੱਚ ਆ ਇੰਪੋਰਟੈਂਟ ਆ, ਇਹ ਜਿਹੜਾ ਪ੍ਰੋਜੈਕਟ ਮੈਥਡ ਕਿਹਨੇ ਦਿੱਤਾ ਸੀ? ਅਮਰੀਕਾ ਦੇ ਪ੍ਰਸਿੱਧ ਦਾਰਸ਼ਨਿਕ ਤੇ ਸਿੱਖਿਆ ਸ਼ਾਸਤਰੀ ਜਾਨ ਡੀਵੀ ਦੀ ਵਿਚਾਰਧਾਰਾ ਆ ਇਹ। ਪਰ ਇਹਨੂੰ ਅੱਗੇ ਜਾ ਕੇ ਵਿਕਸਿਤ ਕਿਹਨੇ ਕੀਤਾ? ਕਿਲਪੈਟਰਿਕ ਨੇ। ਵਿਕਸਿਤ ਕਿਹਨੇ ਕੀਤਾ? ਕਿਲਪੈਟਰਿਕ ਨੇ। ਤੇ ਇਹਦੇ ਵਿੱਚ ਕੀ ਹੁੰਦਾ ਜੀ? ਬਾਲਕਾਂ ਦੇ ਵਾਸਤਵਿਕ ਜੀਵਨ ਤੋਂ ਇੱਕ ਕਿਰਿਆ ਚੁਣੀ ਜਾਂਦੀ ਆ। ਮੰਨ ਲਓ ਵੀ ਫੋਰ ਐਗਜ਼ਾਮਪਲ ਉਹਨਾਂ ਨੂੰ ਇੱਕ ਟੌਪਿਕ ਦੇਤਾ ਮਹਾਤਮਾ ਬੁੱਧ ਦੇ ਜੀਵਨ ਦੇ ਬਾਰੇ ਵਿੱਚ, ਹੈ ਨਾ, ਤਾਂ ਉਹ ਫਿਰ ਉਹਦੇ ਬਾਰੇ ਵਿੱਚ ਸਾਰਾ ਡਾਟਾ ਕਲੈਕਟ ਕਰੂਗਾ। ਇਸ ਤਰ੍ਹਾਂ ਕਰਕੇ ਜਿਹੜੀ ਪ੍ਰੋਜੈਕਟ ਮੈਥਡ ਹੁੰਦਾ ਇਹਦੇ ਵਿੱਚ ਵਿਦਿਆਰਥੀ ਕਿਰਿਆ ਕਰਦਾ ਅਤੇ ਸਿੱਖਦਾ ਆ। ਇਹ ਬਹੁਤ ਹੀ ਜ਼ਿਆਦਾ ਵਧੀਆ ਮੈਥਡ ਮੰਨਿਆ ਗਿਆ ਆ। ਅੱਗੇ ਪ੍ਰੋਜੈਕਟ ਵਿਧੀ ਦੇ ਵੀ ਸਟੈਪਸ ਆ ਜੀ, ਇਹਨਾਂ ਨੂੰ ਵੀ ਲਿਖ ਕੇ ਰੱਖ ਲਿਓ। ਠੀਕ ਹੈ, ਇਹ ਹੁਣ ਤੁਹਾਡਾ ਉਹ ਹੈ ਵੀ ਤੁਸੀਂ ਇਹਨਾਂ ਨੂੰ ਯਾਦ ਕਰਨਾ। ਇਹਨਾਂ ਨੂੰ ਯਾਦ ਕਰਨਾ ਮਤਲਬ ਇਹਨਾਂ ਦਾ ਨਾ ਸੀਕੁਐਂਸ ਯਾਦ ਕਰਨਾ। 7 ਸਟੈਪਸ ਆ ਨਾ ਜਿਹੜੇ, ਇਹਨਾਂ ਦਾ ਸੀਕੁਐਂਸ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਇੱਕ ਸਿਚੁਏਸ਼ਨ ਦਿੱਤੀ ਜਾਂਦੀ ਹੈ, ਇਹ ਸੌਖੇ ਰੱਟਾ ਨਹੀਂ ਮਾਰਨਾ, ਬਸ ਸਮਝ ਕੇ ਛੇਤੀ ਯਾਦ ਹੋ ਜਾਣਗੇ। ਫਿਰ ਚੋਣ ਕਰਨੀ, ਉਦੇਸ਼ ਰੱਖਣਾ, ਹੈ ਨਾ, ਫਿਰ ਪਲੈਨਿੰਗ ਕਰਨੀ, ਫਿਰ ਉਹਨੂੰ ਅਮਲ ਦੇ ਵਿੱਚ ਲਿਆਉਣਾ, ਫਿਰ ਉਹਦੇ 'ਤੇ ਮੁਲਾਂਕਣ ਕਰਨਾ, ਫਿਰ ਸੁਝਾਅ ਦੇਣੇ, ਫਿਰ ਉਹਦਾ ਰਿਕਾਰਡ ਰੱਖਣਾ। ਤਾਂ ਇਹ ਸਟੈਪਸ ਆ ਜੀ। ਨੈਕਸਟ ਹੈ ਜੀ ਨਿਰੀਖਣ ਵਿਧੀ। ਨਿਰੀਖਣ ਵਿਧੀ ਕੀ ਹੁੰਦੀ ਆ ਕਿ ਕਿਸੇ ਚੀਜ਼ ਦਾ ਨਿਰੀਖਣ ਕਰਨਾ, ਅਬਜ਼ਰਵ ਕਰਨਾ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ? ਵਾਸਤਵਿਕ ਸਥਾਨਾਂ ਦੀਆਂ ਯਾਤਰਾਵਾਂ, ਕਿਉਂਕਿ ਦੇਖ ਕੇ ਆਬਜ਼ਰਵੇਸ਼ਨ ਹੋਊਗੀ ਨਾ, ਜਾਂ ਕਿਸੇ ਵੀ ਜਗ੍ਹਾ ਦਾ ਸਰਵੇ ਕਰ ਸਕਦੇ, ਪਿੰਡਾਂ ਦਾ ਸਰਵੇ ਕਰ ਸਕਦੇ ਹਾਂ। ਮੰਨ ਲਓ ਜੋਗਰਾਫੀ ਦੇ ਵਿੱਚ ਆਪਾਂ ਕੋਈ ਫਸਲਾਂ ਬਾਰੇ ਪੜ੍ਹਾ ਰਹੇ ਹਾਂ, ਖੇਤ ਦਾ ਸਰਵੇ ਕਰ ਸਕਦੇ ਹਾਂ। ਇਸ ਤਰ੍ਹਾਂ ਕਰਕੇ ਆਬਜ਼ਰਵੇਸ਼ਨ ਜਿਹੜੀ ਵਿਧੀ ਹੁੰਦੀ ਆ। ਨੈਕਸਟ ਹੈ ਜੀ ਸਟੋਰੀ ਟੈਲਿੰਗ। ਸਟੋਰੀ ਟੈਲਿੰਗ ਦੇ ਵਿੱਚ ਕੀ ਹੁੰਦਾ ਆ ਕਿ ਇਹ ਨਾ ਕੋਈ ਵੀ ਨੀਰਸ ਵਿਸ਼ੇ ਨੂੰ ਵੀ ਮਨੋਰੰਜਕ ਬਣਾ ਦਿੰਦੀ ਹੈ ਅਤੇ ਕਲਪਨਾ ਦਾ, ਬੱਚਿਆਂ ਦੇ ਵਿੱਚ ਕਲਪਨਾ ਦਾ ਵਿਕਾਸ ਇਹਦੇ ਨਾਲ ਕੀਤਾ ਜਾ ਸਕਦਾ ਸਟੋਰੀ ਟੈਲਿੰਗ ਦੇ ਨਾਲ। SST ਦੇ ਵਿੱਚ ਜਿਵੇਂ ਮੰਨ ਲਓ ਹਿਸਟਰੀ ਆ, ਇਹਦੇ ਵਿੱਚ ਸਟੋਰੀ ਟੈਲਿੰਗ ਬਹੁਤ ਚੱਲਦੀ ਆ। ਠੀਕ ਹੈ, ਕਿਉਂਕਿ ਇਹਦੇ ਨਾਲ ਨਾ ਬੱਚਾ ਜੇ ਇੰਟਰਸਟ ਪੈਦਾ ਕੀਤਾ ਜਾ ਸਕਦਾ ਆ। ਨੈਕਸਟ ਵੈਰੀ ਇੰਪੋਰਟੈਂਟ ਸਰੋਤ ਵਿਧੀ ਆ। ਸਰੋਤ ਵਿਧੀ ਦੇ ਵਿੱਚ ਕੀ ਹੈ ਜੀ? ਬੱਚਿਆਂ ਨੂੰ ਜਿਹੜੇ ਮਤਲਬ ਚੀਜ਼ਾਂ ਦਿਖਾ ਕੇ, ਹਿਸਟਰੀ ਆ ਉਹਦੇ ਵਿੱਚ ਜਿਵੇਂ ਸਿੱਕੇ ਦਿਖਾ ਕੇ, ਅਭਿਲੇਖ ਦਿਖਾ ਕੇ, ਹੈ ਨਾ, ਹੜੱਪਾ ਸੱਭਿਅਤਾ ਦੇ ਵਿੱਚ ਜਿਹੜੇ ਮਿੱਟੀ ਦੇ ਬਰਤਨ ਜਿਵੇਂ ਫੋਰ ਐਗਜ਼ਾਮਪਲ ਮਿਲੇ ਸੀ, ਹੈ ਨਾ, ਜਾਂ ਖੇਤਾਂ ਦੇ ਜੋਗਰਾਫੀ ਦੇ ਵਿੱਚ ਪੁਰਾਣੇ ਸਨ, ਸਾਰਾ ਮਤਲਬ ਇਹ ਸਰੋਤ ਚੀਜ਼ਾਂ ਦਿਖਾ ਕੇ ਬੱਚਿਆਂ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਪਾਂ ਜਾਣਕਾਰੀ ਦੇ ਸਕਦੇ ਹਾਂ। ਤਾਂ ਇਹ ਅੱਗੇ ਆਪਣੇ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਤੇ ਲਾਸਟ ਟੌਪਿਕ ਹੈ ਇਹ, ਪ੍ਰਾਥਮਿਕ ਅਤੇ ਸੈਕੰਡਰੀ ਸਰੋਤ। ਪ੍ਰਾਥਮਿਕ ਸਰੋਤ ਕੀ ਹੁੰਦੇ ਆ? ਇਹ ਹਰ ਸਾਲ ਪੇਪਰ 'ਚ ਆਉਂਦਾ ਕੁਐਸਚਨ, ਹਰ ਸਾਲ ਇਹਦੇ ਵਿੱਚੋਂ ਮਤਲਬ ਆਉਂਦਾ ਆ। ਪ੍ਰਾਥਮਿਕ ਸਰੋਤ ਉਹ ਹੁੰਦੇ ਆ, ਇਹ ਉਹਨਾਂ ਦੁਆਰਾ ਤਿਆਰ ਕੀਤੇ ਜਾਂਦੇ ਆ ਜੋ ਘਟਨਾ ਨਾਲ ਪ੍ਰਤੱਖ ਰੂਪ ਦੇ ਵਿੱਚ ਸੰਬੰਧਿਤ ਸੀ, ਜਾਂ ਉਹਨਾਂ ਨੇ ਫਿਰ ਘਟਨਾ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀਗਾ। ਅਤੇ ਇਹ ਐਗਜ਼ਾਮਪਲ ਦਿੱਤੀਆਂ ਹੋਈਆਂ ਪ੍ਰਾਇਮਰੀ ਸਰੋਤਾਂ ਦੀਆਂ, ਜਿਵੇਂ ਅਭਿਲੇਖ ਆ, ਕਾਨੂੰਨ ਆ, ਲੇਖ, ਕਾਗਜ਼ਾਤ ਆ, ਸੰਵਿਧਾਨ ਆ, ਅਧਿਕਾਰ ਪੱਤਰ, ਅਦਾਲਤੀ ਫੈਸਲੇ ਪੱਤਰ, ਡਾਇਰੀਆਂ, ਦਸਤਾਵੇਜ਼, ਲਾਇਸੈਂਸ ਪੱਤਰ, ਗਵਾਹੀ, ਬਿੱਲ, ਰਸੀਦਾਂ, ਹੈ ਨਾ, ਸਮਾਚਾਰ ਪੱਤਰ ਨਾ ਇਹ ਸੈਕੰਡਰੀ ਸਰੋਤ 'ਚ ਵੀ ਆਉਂਦੇ ਆ। ਅਤੇ ਇੱਕ ਹੁਣ ਮੰਨ ਲਓ ਵੀ ਪੱਤਰਕਾਰ ਆ, ਘਟਨਾ 'ਤੇ ਉਹਨੇ ਐਕਸੀਡੈਂਟ ਹੁੰਦਾ ਦੇਖ ਲਿਆ, ਉਹਨੇ ਅਖਬਾਰ ਦੇ ਵਿੱਚ ਛਾਪ ਦਿੱਤਾ, ਤਾਂ ਇਹ ਪ੍ਰਾਇਮਰੀ ਸਰੋਤ ਬਣ ਜੂਗਾ। ਇੱਕ ਗਾਂ ਸੁਣੀ ਸੁਣਾਈ ਗੱਲ ਨੂੰ ਵਿੱਚ ਲਿਖ ਦੇਣਾ, ਹੈ ਨਾ, ਉਹ ਸੈਕੰਡਰੀ ਸਰੋਤ ਹੋਊਗਾ। ਬਸ ਪ੍ਰਾਥਮਿਕ ਅਤੇ ਸੈਕੰਡਰੀ ਸਰੋਤ ਦੇ ਵਿੱਚ ਅੰਤਰ ਕੀ ਹੈ? ਪ੍ਰਾਥਮਿਕ ਜਿਹਨੇ ਅੱਖਾਂ ਨਾਲ ਘਟਨਾ ਦੇਖ ਲਈ, ਉਹ ਪ੍ਰਾਥਮਿਕ ਸਰੋਤ ਹੈ। ਸੈਕੰਡਰੀ ਜਦੋਂ ਇਹ ਉਦੋਂ ਲਿਖੇ ਜਾਂਦੇ ਆ ਜੋ ਉਹਨਾਂ ਦੁਆਰਾ ਲਿਖੇ ਜਾਂਦੇ ਆ ਜੋ ਘਟਨਾ ਦੇ ਸਥਾਨ 'ਤੇ ਨਹੀਂ ਸੀਗੇ, ਜਾਂ ਤਾਂ ਉਹਨਾਂ ਨੇ ਸੁਣ ਲਿਆ, ਠੀਕ ਹੈ, ਸੁਣ ਕੇ ਲਿਖਤਾ, ਘਟਨਾ ਦੇ ਸਥਾਨ 'ਤੇ ਨਹੀਂ ਸੀਗੇ, ਉਹਨਾਂ ਨੇ ਸੁਣ ਕੇ ਲਿਖਤਾ।
ਤਾਂ ਇਹ ਸੀ ਜੀ ਆਪਣੀ ਅੱਜ ਦੀ ਕਲਾਸ। ਤਾਂ ਇਹਨੂੰ ਤੁਸੀਂ ਆਪਣੇ ਜ਼ਿਆਦਾ ਵੱਡੇ ਨੋਟਸ ਨਾ ਬਣਾ ਕੇ ਮਾੜੇ ਮਾੜੇ ਨਿੱਕੇ ਨਿੱਕੇ ਨੋਟਸ ਵੀ ਬਣਾ ਕੇ ਰੱਖ ਸਕਦੇ ਹੋ, ਕਿਉਂਕਿ ਆਪਦੇ ਬਣੇ ਹੋਏ ਨੋਟਸ ਆਪਾਂ ਨੂੰ ਜ਼ਿਆਦਾ ਸਮਝ ਆਉਂਦੇ ਆ। ਤਾਂ ਇਸੇ ਤਰ੍ਹਾਂ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਨਾ 3rd ਟੌਪਿਕ ਕਰਾਂਗੇ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਕੀਤਾ, ਨਿਗਮਨ ਵਿਧੀ, ਆਗਮਨ ਵਿਧੀ, ਸੈਕੰਡਰੀ ਸਰੋਤ, ਪ੍ਰਾਥਮਿਕ ਸਰੋਤ, ਲੈਕਚਰ ਵਿਧੀ, ਡਿਸਕਸ਼ਨ ਵਿਧੀ, ਸਟੋਰੀ ਟੈਲਿੰਗ, ਪ੍ਰੋਜੈਕਟ ਵਿਧੀ, ਹੈ ਨਾ, ਇਹ ਸਾਰੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਕੀਤੇ ਆ। ਅਤੇ ਕਲਾਸਰੂਮ ਕਿੱਦਾਂ ਦਾ ਹੋਣਾ ਚਾਹੀਦਾ ਆ। ਤਾਂ ਬਸ ਪੈਡਾਗੋਜੀ ਦੇ ਨਾ ਇਹੀ 6 ਜਾਂ 7 ਟੌਪਿਕ ਹੈਗੇ ਆ। 2 ਟੌਪਿਕ ਆਪਣੇ ਹੋ ਚੁੱਕੇ ਆ, ਤੀਜਾ ਟੌਪਿਕ ਹੈ ਜਿਹੜਾ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਕਰਾਂਗੇ। ਵੀਡੀਓ ਦੇਖਣ ਲਈ ਧੰਨਵਾਦ।